अपनी जात गवाई। तन मन अर्पे सतगुर सरनाई। हिरदै नाम वडी वड्याई। सदा प्रीतम प्रभ होए सखाई। सतगुरु गुरुदेव श्री गुरु अमरदास महाराज जी जो चल रही लड़ीवार कथा विच सतगुरु पातशाह पावन उपदेश बख्शदे ने। गुरुदेव श्री गुरु अमरदास महाराज जी सिंघासन ते बैठे सन। सिखां ने बेनती की, सच्चे पातशाह गरीब नवाज जो परिपूर्ण परमात्मा दे दास चाकर ने, जन ने, उन्हां दे लखण कैसे हुंदे ने? जो उस दाते परवरगार दे दास ने, उन्हां दे लक्षण कैसे हुंदे ने? एक किरपा करो, उपदेश बख्शो। गुरु अमरदास महाराज जी ने पावन वचन कीते। सतगुरु पातशाह गुरुदेव उपदेश दिंदे ने, लालै अपनी जात गवाई। तन मन अर्पे सतगुर सरनाई। सो लाला है जिसने अपनी जात की अहंता त्याग दी, तन ते मन अर्पण करके सतगुरु की शरण नूं प्राप्त हो गया। जिस नाम की बड़ी वड्याई है, शोभा है, सो ਹਿਰਦੇ ਵਿੱਚ ਧਾਰਨ ਕੀਤਾ ਨਾਮ। ਤਿਸ ਦਾ ਪ੍ਰਭੂ ਪ੍ਰੀਤਮ ਸਦੀਵ ਕਾਲ ਸਖਾਈ ਸਹਾਇਕ ਹੁੰਦਾ। ਸੋ ਲਾਲਾ ਜੀਵਤ ਮਰੈ, सोग हरख दोए सम कर जान। गुर प्रसादी शब्द उदर। पातशाह फरमाउंदे ने, हे भाई सो लाला जीवत मरै। लाला ओ है जो जिउंदा ही जी भाव ते मर जावे। जीवन मुक्त सो आखी है, मर जीव है मरिया जिउंदा मुक्त नहीं हुंदा, जो जिउंदा नहीं मरदा। जी भाव ते मरना। स्वामी समर्थ गुरु की सेवा विच अपना आप ना जनावे। सोग ते खरक दुख ते सुख नूं सम कर बराबर समझ। सोग हरख दोए सम कर जान। गुर प्रसादी शब्द उतरै। गुरु की किरपा उपदेश लैके अपने आप नूं उधारे। करणी कार तुरो परमाई। बिन शब्द को थाए ना पाई। करणी कीरत नाम वसाई। आपे देवै ढिल ना पाई। ये सब कार करनी आद तो कही गई, अज दी नहीं आद तो। कि गुरु उपदेश तो बिना कोई स्थान नहीं पाउंदा। कीर्ति रूपी करनी करदे ने और नाम की प्रीत दासां ने मन विच वसाई। परमात्मा तिन दासां नूं अपना आप दिंदा है, देरी नहीं करदा। आपे देवै ढिल ना पाई, वो बख्शिशां करदा है। मन मुख भरम भुलै संसार। बिन राशि कूड़ा करे व्यापार। बिन राशि वखर पलै ना पाए। मन मुख भुला जन्म गवाए।
ਮਨ ਮੁਖੀਏ ਨੇ ਜੋ ਮਨ ਮਤੀਏ, ਮਨ ਦੀ ਮਤ ਸਿਆਣਪ ਵਰਤਣ ਵਾਲੇ। ਪਾਤਸ਼ਾਹ ਫਰਮਾਉਂਦੇ ਨੇ ਉਹ ਭਰਮ ਦੇ ਵਿੱਚ ਭੁੱਲੇ ਹੋਏ ਸੰਸਾਰ ਵਿੱਚ ਵਿਚਰਦੇ ਨੇ। ਸੱਚੀ ਸ਼ਰਧਾ ਰੂਪ ਪੂੰਜੀ ਤੋਂ ਬਿਨਾ ਝੂਠਾ ਵਿਵਹਾਰ ਬੰਦ ਕਰਮ ਕਮਾਉਂਦੇ ਨੇ। ਹੇ ਭਾਈ, ਬਿਨਾ ਪੂੰਜੀ ਦੇ ਸੌਦਾ ਆਪਣੇ ਪੱਲੇ ਨਹੀਂ ਪੈਂਦਾ। ਜੇ ਪੂੰਜੀ ਹੋਵੇਗੀ ਸੌਦਾ ਤਾਂ ਪਵੇਗਾ, ਨਾਮ ਪ੍ਰਾਪਤ ਨਹੀਂ ਹੁੰਦਾ। ਮਨੁੱਖ ਐਸੀ ਭੁੱਲਿਆ ਹੈ ਕਿ ਆਪਣਾ ਮਨੁੱਖ ਜਨਮ ਵਿਅਰਥ ਖੋ ਬੈਠਾ ਹੈ। ਜਿਸ ਜਨਮ ਦਾ ਕੋਈ ਮੁੱਲ ਨਹੀਂ, ਉਸ ਅਮੋਲਕ ਜਨਮ ਨੂੰ ਵਿਅਰਥ ਮਨਮੁਖ ਨੇ ਗਵਾ ਦਿੱਤਾ, ਕੋਈ ਲਾਹਾ ਨਾ ਲਿਆ। ਸਤਿਗੁਰ ਸੇਵੇ ਸੋ ਲਾਲਾ ਹੋਏ, ਊਤਮ ਜਾਤੀ ਉਤਮ ਸੋਏ। ਗੁਰ ਪੌੜੀ ਸਬਦੂ ਊਚਾ ਹੋਏ, ਨਾਨਕ ਨਾਮ ਵਡਾਈ ਹੋਏ। ਸਤਿਗੁਰੂ ਫਰਮਾਉਂਦੇ ਨੇ ਜੋ ਸਤਿਗੁਰੂ ਦੀ ਸੇਵਾ ਟਹਿਲ ਕਰੇ, ਸੋਈ ਲਾਲਾ ਉਦਾਸ ਹੁੰਦਾ। ਉਹਦੀ ਜਾਤ ਵੀ ਉੱਤਮ ਹੋ ਗਈ, ਉਹ ਆਪ ਵੀ ਉੱਤਮ ਹੈ ਤੇ ਇਸਦੀ ਸੋਭਾ ਵੀ ਉੱਤਮ। ਗੁਰੂ ਉਪਦੇਸ਼ ਰੂਪ ਪੌੜੀ ਪਰ ਚੜ੍ਹ ਕੇ ਸਰਵਣ ਆਦਿਕ ਸਭ ਤੋਂ ਉੱਚਾ ਹੋ ਜਾਂਦਾ। ਸਭ ਵਡਿਆਈ ਨਾਮ ਕਰਕੇ ਮਿਲਦੀ। ਸਾਰੀਆਂ ਵਡਿਆਈਆਂ ਬਖਸ਼ਿਸ਼ਾਂ ਇਹ ਪਰਮੇਸ਼ਰ ਦੇ ਨਾਮ ਦੇ ਵਿੱਚ ਨੇ। ਪਾਤਸ਼ਾਹ ਫਰਮਾਉਂਦੇ ਨੇ ਨਾਨਕ ਨਾਮ ਵਡਾਈ ਹੋਏ, ਜਿਨ੍ਹਾਂ ਨੇ ਜਪਿਆ, ਜਿਨ੍ਹਾਂ ਨੇ ਰਾਧਿਆ, ਉਹ ਵਡਿਆਈਆਂ ਦੇ ਪਾਤਰ ਬਣ ਗਏ। ਉਹਨਾਂ ਨੂੰ ਗੁਰੂ ਨਾਨਕ ਦੇ ਘਰੋਂ ਬਖਸ਼ਿਸ਼ਾਂ ਮਿਲਦੀਆਂ ਨੇ। ਆਸਾ ਮਹੱਲਾ ਤੀਜਾ, ਮਨ ਮੁਖ ਝੂਠੋ ਝੂਠ ਕਮਾਵੈ, ਖਸਮੈ ਕਾ ਮਹਿਲ ਕਦੇ ਨਾ ਪਾਵੈ। ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ ਕਿ ਮਨਮੁਖ ਪੁਰਸ਼ ਝੂਠੇ ਕਰਮ ਝੂਠ ਹੀ ਕਮਾਉਂਦਾ ਹੈ। ਸੋ ਸੁਆਮੀ ਪਰਮੇਸ਼ਰ ਦੇ ਮਹਲ ਸਥਾਨ ਨੂੰ ਨਹੀਂ ਪਾਉਂਦਾ। ਦੂਜੈ ਲੱਗੀ ਭਰਮ ਬੁਲਾਵੈ, ਮਮਤਾ ਵਧ ਆਵੈ ਜਾਵੈ। ਜਿਨ੍ਹਾਂ ਦੀ ਬੁੱਧੀ ਦੂਜੇ ਭਾਵ ਵਿੱਚ ਲੱਗੀ ਹੈ, ਉਹ ਭਰਮ ਦੇ ਵਿੱਚ ਆਪ ਤਾਂ ਭੁੱਲੇ ਨੇ, ਔਰਾਂ ਨੂੰ ਵੀ ਭੁਲਾ ਦਿੰਦੇ ਨੇ। ਆਪ ਉਜੜ ਵਿੱਚ ਪਏ ਨੇ, ਹੋਰਾਂ ਨੂੰ ਵੀ ਪਾ ਦਿੰਦੇ ਨੇ। ਮਮਤਾ ਦੇ ਬੰਧੇ ਹੋਏ ਜਾਂਦੇ ਤੇ ਆਉਂਦੇ, ਜਨਮਦੇ ਤੇ ਮਰਦੇ ਰਹਿੰਦੇ ਨੇ। ਦੁਹਾਗਣੀ ਦੇਖ ਸਿੰਗਾਰ, ਪੁੱਤਰ ਕਲਤ ਧਨ ਮਾਇਆ ਚਿਤ ਲਾਏ। ਝੂਠ ਮੋਹ ਪਾਖੰਡ ਵਿਕਾਰੋ। ਮਨਮੁਖ ਰੂਪ ਛੁੱਟੜ ਇਸਤਰੀ ਦਾ ਸ਼ਿੰਗਾਰ ਦੇਖੋ। ਸਤਿਗੁਰੂ ਸਮਝਾਉਂਦੇ ਨੇ ਕਿ ਪੁੱਤਰ ਇਸਤਰੀ ਧਨ ਵਿੱਚ ਚਿੱਤ ਲਾ ਕੇ ਮਾਇਆ ਦੇ ਮੋਹ ਕਰਕੇ ਝੂਠ ਪਖੰਡ ਆਦਿਕ ਵਿਕਾਰਾਂ ਵਿੱਚ ਲੱਗੀ ਹੋਈ ਹੈ। ਦੁਹਾਗਣੀ ਕਾਮਨ ਦੇਖ ਸਿੰਗਾਰ, ਐਸੇ ਸ਼ਿੰਗਾਰ ਨਹੀਂ ਉਸਦੇ, ਕਿਉਂਕਿ ਗੁਰੂ ਵਾਲੀ ਨਹੀਂ ਬਣੀ, ਗੁਰ ਸ਼ਬਦੀ ਗੁਰਮਤੀਏ ਨਹੀਂ ਬਣੇ। ਝੂਠ ਤੇ ਪਖੰਡ ਮੋਹ ਮਾਇਆ ਵਿੱਚ ਵਿਕਾਰਾਂ ਵਿੱਚ ਲੱਗੀ ਹੈ। ਪਰ ਪਾਤਸ਼ਾਹ ਫਰਮਾਉਂਦੇ ਨੇ ਸਦਾ ਸੁਹਾਗਣ ਜੋ ਪ੍ਰਭ ਭਾਵੈ, ਗੁਰ ਸਬਦੀ ਸਿੰਗਾਰ ਬਣਾਵੈ। ਸੇਜ ਸੁਖਾਲੀ ਅਨ ਦਿਨ ਹਰ ਰਾਵੈ, ਮਿਲ ਪ੍ਰੀਤਮ ਸਦਾ ਸੁਖ ਪਾਵੈ। ਉਹ ਸਦਾ ਸੁਹਾਗਣੀ ਸੁਹਾਗਵੰਤੀ ਨਾਲ ਜੋ ਮੇਰੇ ਵਾਹਿਗੁਰੂ ਨੂੰ ਪਾਉਂਦੀ ਹੈ। ਗੁਰੂ ਸ਼ਬਦ ਧਾਰਨ ਕਰਕੇ ਸ਼ਿੰਗਾਰ ਬਣਾਉਂਦੀ ਹੈ। ਸੋਈ ਅੰਤਿਸ਼ਕਣ ਸੇਜਾ ਪਾ ਸੁਖ ਪੂਰਵਕ ਪਿਆਰੇ ਸੇ ਰਮਣ ਕਰਦੀ ਹੈ।
ਪਿਆਰੇ ਸੇ ਮਿਲ ਕੇ ਸਦਾ ਉਹ ਸੁੱਖਾਂ ਨੂੰ ਪਾਉਂਦੀ ਹੈ। ਸਾ ਸੁਹਾਗਣ ਸਾਚੀ ਜਿਸ ਸਾਚ ਪਿਆਰ, ਆਪਣਾ ਪਿਰ ਰਾਖੈ ਸਦਾ ਉਰ ਧਾਰ, ਨੇੜੇ ਵੇਖੈ ਸਦਾ ਹਦੂਰ, ਮੇਰਾ ਪ੍ਰਭ ਸਰਬ ਰਹਿਆ ਭਰਪੂਰ। ਜਿਸ ਦਾ ਸੱਚੇ ਪ੍ਰਮਾਤਮਾ ਵਿੱਚ ਪਿਆਰ ਹੈ ਨਹੀਂ ਹੋ, ਆਪਣੇ ਪਿਆਰੇ ਨੂੰ ਸਰਬਦਾ ਹਿਰਦੇ ਵਿੱਚ ਧਾਰਨ ਕਰਕੇ ਰੱਖਦੀ ਹੈ। ਸੋ ਪ੍ਰਭੂ ਨੂੰ ਨਿਕਟ ਦੇਖ ਕੇ ਕਿ ਮੇਰਾ ਮਾਲਕ, ਮੇਰਾ ਪਰਵਰਦਗਾਰ ਮੇਰੇ ਨੇੜੇ ਹੈ, ਮੇਰੇ ਕਰਤੱਵ ਦੇਖਦਾ ਤੇ ਸੁਣਦਾ ਹੈ, ਉਹ ਸਦਾ ਹੀ ਪ੍ਰਭੂ ਦੇ ਪਾਸ ਰਹਿੰਦੀ ਹੈ। ਇਹ ਜਾਣਦੀ ਹੈ ਕਿ ਮੇਰਾ ਪ੍ਰਭੂ ਸਰਬੱਤਰ ਭਰਪੂਰ ਹੋ ਰਿਹਾ, ਉਹੀ ਸੱਚੀ ਸੁਹਾਗਣ ਹੈ। ਆਗੈ ਜਾਤ ਰੂਪ ਨਾ ਜਾਏ, ਤੇਹਾ ਹੋਵੈ ਜਿਹੇ ਕਰਮ ਕਮਾਏ, ਸਭ ਦੇ ਊਚੋ ਊਚਾ ਹੋਏ, ਨਾਨਕ ਸਾਚ ਸਮਾਵੈ ਸੋਏ। ਸਤਿਗੁਰੂ ਫਰਮਾਉਂਦੇ ਨੇ, ਭਾਈ ਅੱਗੇ ਪਰਲੋਕ ਵਿੱਚ ਜਾਣਾ ਹੈ, ਸਭਨਾ ਸਹੁਰੇ ਵੰਜਣਾ, ਸਭ ਮੁਕ ਲਾਵਣ ਖਾਰ, ਸਭਨਾ ਦੇ ਸਹੁਰੇ ਘਰ ਪਰਲੋਕ ਵਿੱਚ ਜਾਣਾ ਹੈ। ਇਹ ਪੇਕਾ ਘਰ ਜਗਤ ਸੰਸਾਰ ਹੈ। ਇਸ ਜਗ ਮੈਂ ਏਕ ਪੁਰਖ ਹੈ, ਹੋ ਸਗਲੀ ਨਾਦ ਸਵਾਈ। ਪੁਰਖ ਇੱਕ ਪਰਮਾਤਮਾ ਹੈ, ਉਹ ਸਭ ਨਾਰਾਂ ਦੇ ਸਮਾਨ ਨਹੀਂ। ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ, ਭਾਈ ਅੱਗੇ ਪਰਲੋਕ ਵਿੱਚ ਪ੍ਰਭੂ ਦੇ ਨੇੜਤਾ ਵਿੱਚ ਜਾਤ ਤੇ ਰੂਪ ਨਹੀਂ ਤੇਰਾ ਜਾਣਾ, ਕਿ ਤੂੰ ਉੱਤਮ ਜਾਤ ਵਿੱਚ ਤੇਰਾ ਜਨਮ ਹੈ, ਤੇਰਾ ਰੂਪ ਸੋਹਣਾ ਹੈ, ਇਹ ਨਹੀਂ ਜਾਣਾ। ਤੇਹਾ ਹੋਵੈ ਜਿਹੇ ਕਰਮ ਕਮਾਏ, ਜੈਸੇ ਕਰਮ ਤੂੰ ਕਰਦਾ ਤੈਸਾ ਫਲ ਤੈਨੂੰ ਮਿਲੇਗਾ। ਚੰਗਿਆਈਆਂ ਵਰਿਆਈਆਂ ਵਾਚੈ ਧਰਮ ਹਦੂਰ, ਚੰਗਿਆਈਆਂ ਤੇ ਵਰਿਆਈਆਂ ਧਰਮ ਰਾਜ ਦੇ ਹਜੂਰ ਇਹਨਾਂ ਦਾ ਵਿਚਾਰ ਹੋਵੇਗਾ। ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ, ਉੱਤੇ ਖੋਟਿਆਂ ਤੇ ਖਰਿਆਂ ਦੀ ਪਰਖ ਹੁੰਦੀ ਹੈ। ਕਿਉਂਕਿ ਉਸ ਦਾਤੇ ਪਰਵਰਦਗਾਰ ਨੇ ਸੁੰਦਰ ਤਨ ਨੂੰ ਸਾਜਿਆ ਰਚਿਆ, ਸੁੱਖ ਆਰਾਮ ਭੋਗ ਦਿੱਤੇ। ਉਹ ਪੁੱਛੇਗਾ ਵੀ ਕੀ ਖੱਟ ਕੇ ਲਿਆਇਆ, ਕੀ ਜਵਾਬ ਦੇਵਾਂਗੇ। ਉਸ ਮਾਲਕ ਅੱਗੇ ਕੋਈ ਝੂਠ ਵੱਡੀ ਲਾਲੀ ਨਹੀਂ ਚੱਲਣੀ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਮਾਲਿਆ। ਸੱਚੀ ਦਰਗਾਹ ਵਿੱਚ ਸੱਚੋ ਸੱਚ ਦੇ ਨਿਬੇੜੇ ਹੁੰਦੇ ਨੇ। ਪਾਤਸ਼ਾਹ ਫਰਮਾਉਂਦੇ ਨੇ, ਜੈਸਾ ਕਰਮ ਦਾ ਬੀਜ ਬੀਜਿਆ, ਤੈਸਾ ਤੈਨੂੰ ਫਲ ਅਵਸ਼ ਭੋਗਣਾ ਪਵੇਗਾ। ਭੋਗੈ ਬਿਨ ਭਾਗੈ ਨਹੀਂ, ਕਰਮ ਗਤੀ ਬਲਵਾਨ। ਐਸੀ ਬਲ ਵਾਲੀ ਗਤੀ ਜੋ ਭੋਗਣੀ ਅਵਸ਼ ਪੈਂਦੀ ਹੈ ਮਨੁੱਖ ਨੂੰ। ਉੱਚੇ ਗੁਰੂ ਸ਼ਬਦ ਨੂੰ ਧਾਰਨ ਕਰਦਾ ਹੈ, ਜੈਸਾ ਕਰਮ ਸੀ ਵੈਸਾ ਫਲ, ਸੋ ਉੱਚਾ ਹੋ ਜਾਂਦਾ ਹੈ। ਜੋ ਗੁਰ ਸ਼ਬਦੀ ਗੁਰਮਤੀਆ ਬਣਦਾ, ਸੋਈ ਸੱਚੇ ਅਕਾਲ ਪੁਰਖ ਤੇ ਭਿੰਨ ਹੋ ਜਾਂਦਾ ਹੈ। ਸਭ ਦੇ ਉੱਚੋ ਉੱਚਾ ਹੋਏ, ਨਾਨਕ ਸਾਚ ਸਮਾਵੈ ਸੋਏ। ਕਿਉਂਕਿ ਗੁਰ ਸ਼ਬਦੀ ਗੁਰਮਤੀਆ ਬਣਿਆ, ਉਸ ਪਰਮੇਸ਼ਰ ਪਰਵਰਦਗਾਰ ਦੇ ਭੈ ਵਿੱਚ ਵਿਚਰਿਆ। ਭੈ ਵਿੱਚ ਵੈਸੈ ਭੈ ਰਹਿ, ਭੈ ਵਿੱਚ ਕਮਾਵੈ ਕਾਂ। ਇੱਥੇ ਸੁੱਖ ਵਡਿਆਈਆਂ, ਦਰਗਹਿ ਮੋਖ ਦਵਾਰ। ਇਸ ਲੋਕ ਵਿੱਚ ਸੁੱਖ ਤੇ ਵਡਿਆਈਆਂ, ਦਰਗਾਹ ਵਿੱਚ ਵੀ ਮੁੱਖ ਉਜਲ। ਜੋ ਸਵਾਹੀ ਗੁਰੂ ਦੇ ਭੈ ਤੇ ਡਰ ਵਿੱਚ ਰਹਿੰਦਾ ਹੈ। ਆਸਾ ਮਹੱਲਾ ਤੀਜਾ, ਭਗਤ ਰਤਾ ਜਨ ਸਹਿਜ ਸੁਭਾਏ। ਗੁਰ ਕੈ ਭੈ ਸਾਚੈ ਸਾਚ ਸਮਾਏ। ਬਿਨ ਗੁਰ ਪੂਰੇ ਭਗਤ ਨਾ ਹੋਏ। ਮਨ ਮੁਖ ਰੁਨੇ ਆਪਣੀ ਪਤ ਖੋਏ। ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਪਿਆਰਿਓ, ਭਗਤ ਰਤਾ ਜਨ ਸਹਿਜ ਸੁਭਾਏ। ਜਿਸ ਦਾਸ ਦਾ ਮਨ ਪਰਮੇਸ਼ਰ ਦੀ ਭਗਤੀ ਵਿੱਚ ਰਤਿਆ ਹੈ, ਨਿਤ ਦਾ ਨੇਮੀ ਹੈ, ਨਾਮ ਜਪਦਾ, ਬੰਦਗੀ ਵਿੱਚ ਜੁੜਿਆ, ਤੇ ਦਾ ਸ਼ਾਂਤ ਸੁਭਾਅ ਹੋ ਜਾਂਦਾ ਹੈ। ਸੱਚੇ ਗੁਰੂ ਦੇ ਉਪਦੇਸ਼, ਗੁਰੂ ਦੇ ਬਚਨ
ਗੁਰੂ ਦੇ ਭੈ ਦੇ ਧਾਰਨ ਕਰਿਆ ਸੱਚੇ ਅਕਾਲ ਪੁਰਖ ਵਿੱਚੋਂ ਸਮਾਉਂਦਾ ਹੈ। ਪੂਰੇ ਗੁਰੂ ਤੋਂ ਬਿਨਾ ਭਗਤੀ ਪ੍ਰਾਪਤ ਨਹੀਂ ਹੁੰਦੀ। ਪਾਤਸ਼ਾਹ ਫਰਮਾਉਂਦੇ ਨੇ, ਬਿਨ ਗੁਰ ਪੂਰੇ ਭਗਤ ਨਾ ਹੋਏ, ਬਿਨਾ ਗੁਰੂ ਪੂਰੇ ਤੋਂ ਭਗਤੀ ਵੀ ਨਹੀਂ ਮਿਲਦੀ। ਮਨ ਮੁਖ ਰੁੰਨੇ ਆਪਣੀ ਪਤ ਖੋਏ, ਜਿਨ੍ਹਾਂ ਨੇ ਭਗਤੀ ਨੂੰ ਨਹੀਂ ਧਾਰਨ ਕੀਤਾ, ਨਹੀਂ ਨਾਮ ਜਪਿਆ, ਉਹ ਮਨ ਮੁਖ ਆਪਣੀ ਪ੍ਰਤੀ ਸੱਟਾ ਖੋ ਕੇ ਰੋਂਦੇ ਨੇ, ਪਛਤਾਉਂਦੇ ਨੇ ਕਿ ਅਮੋਲਕ ਜਨਮ ਅਜਾਈ ਚਲਾ ਗਿਆ। ਮੇਰੇ ਮਨ ਹਰ ਜਪ ਸਦਾ ਧਿਆਏ, ਸਦਾ ਆਨੰਦ ਹੋਵੇ ਦਿਨ ਰਾਤੀ, ਜੋ ਇੱਛੈ ਸੋਈ ਫਲ ਪਾਏ। ਸਤਿਗੁਰੂ ਫਰਮਾਉਂਦੇ ਨੇ, ਹੇ ਮੇਰੇ ਮਨਾ, ਪਰਮੇਸ਼ਰ ਦੇ ਨਾਮ ਨੂੰ ਜਪ, ਸਦੀਵੀ ਤਿਸ ਦਾ ਧਿਆਵਣਾ ਕਰ, ਉਹਦੀ ਯਾਦ ਚਿੰਤਨ ਵਿੱਚ ਜੁੜ। ਜਬ ਹਿਰਦੇ ਵਿੱਚ ਸਤਨਾਮ ਨੂੰ ਜਪੇਗਾ, ਰੱਦੇਗਾ, ਫਿਰ ਵੱਡੀਆਂ ਬਖਸ਼ਿਸ਼ਾਂ ਮਿਲਣਗੀਆਂ। ਮੇਰੇ ਮਨ ਹਰ ਜਪ ਸਦਾ ਧਿਆਏ, ਸਦਾ ਆਨੰਦ ਹੋਵੇ ਦਿਨ ਰਾਤੀ, ਜੋ ਇੱਛੈ ਸੋਈ ਫਲ ਪਾਏ। ਦਿਨ ਰਾਤ ਨਿਰੰਤਰ ਆਨੰਦ ਵਿੱਚ ਰਹੇਗਾ, ਜੋ ਇੱਛਾ ਕਰੇਗਾ ਉਹ ਫਲ ਮਿਲੇਗਾ। ਗੁਰ ਪੂਰੇ ਤੇ ਪੂਰਾ ਪਾਏ, ਹਿਰਦੈ ਸ਼ਬਦ ਸਚ ਨਾਮ ਵਸਾਏ। ਅੰਤਰ ਨਿਰਮਲ ਅੰਮ੍ਰਿਤ ਸਰ ਨਾਏ, ਸਦਾ ਸੂਚੇ ਸਾਚ ਸਮਾਏ। ਤਬ ਪੂਰਨ ਗੁਰੂ ਤੋਂ ਪੂਰਨ ਪਰਮਾਤਮਾ ਮਿਲਦਾ ਹੈ। ਜਬ ਹਿਰਦੇ ਵਿੱਚ ਸਤਨਾਮ ਸ਼ਬਦ ਵਸਦਾ ਹੈ, ਅੰਮ੍ਰਿਤਸਰ ਨਾਮ ਵਿੱਚ ਇਸ਼ਨਾਨ ਕਰਿਆ, ਅੰਤਸ਼ਕਰਨ ਨਿਰਮਲ ਹੋ ਜਾਂਦਾ ਹੈ। ਨਿਤ ਪਾਵਨ ਪਵਿੱਤਰ ਹੋ ਕੇ ਸਤਰੂਪ ਵਿੱਚ ਅਭੇਦ ਹੋ ਜਾਂਦਾ ਹੈ। ਖਾਦ ਪ੍ਰਭ ਵੇਖੈ ਸਦਾ ਹਜੂਰ, ਗੁਰ ਪ੍ਰਸਾਦ ਰਹਿਆ ਭਰਪੂਰ। ਜਹਾਂ ਜਾਓ ਤਹਿ ਵੇਖਾ ਸੋਏ, ਗੁਰ ਬਿਨ ਦਾਤਾ ਅਵਰ ਨਾ ਕੋਏ। ਸੋ ਗੁਰੂ ਦੀ ਕਿਰਪਾ ਤੇ ਹਰੀ ਪ੍ਰਭੂ ਨੂੰ ਸਦੀਵ ਨਿਕਟ ਦੇਖਦੇ ਨੇ। ਵਣ ਤ੍ਰਿਣਾ ਵਿੱਚ ਭਰਪੂਰ ਹੋ ਰਿਹਾ ਹੀ ਵਾਹਿਗੁਰੂ ਨੂੰ ਦੇਖਦਾ ਹੈ। ਜਹਾਂ ਜਾਂਦਾ ਤਹਾਂ ਉਸੀ ਨੂੰ ਦੇਖਦਾ ਤੱਕਦਾ ਹੈ। ਐਸੇ ਗਿਆਨ ਦਾ ਦਾਤਾ ਗੁਰੂ ਤੋਂ ਬਿਨਾਂ ਕੋਈ ਨਹੀਂ। ਗੁਰ ਪ੍ਰਸਾਦ ਰਹਿਆ ਭਰਪੂਰ। ਪਾਤਸ਼ਾਹ ਫਰਮਾਉਂਦੇ ਨੇ, ਜਹਾਂ ਜਾਓ ਤਹਿ ਵੇਖਾਂ ਸੋਏ, ਗੁਰ ਬਿਨ ਦਾਤਾ ਅਵਰ ਨਾ ਕੋਏ। ਗੁਰੂ ਤੋਂ ਬਿਨਾਂ ਕੋਈ ਦੂਜਾ ਦਾਤਾ ਨਹੀਂ, ਕਿਉਂਕਿ ਗੁਰੂ ਗਿਆਨ ਦੇ ਦਾਤੇ ਨੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਸਾਗਰ ਪੂਰਾ ਭੰਡਾਰ, ਊਤਮ ਰਤਨ ਜਵਾਹਰ ਅਪਾਰ। ਗੁਰ ਪ੍ਰਸਾਦੀ ਦੇਵਨਹਾਰ, ਨਾਨਕ ਬਖਸ਼ੇ ਬਖਸ਼ਣਹਾਰ। ਗੁਰੂ ਸਮੁੰਦਰ ਰੂਪ ਹੈ, ਤਿਨਾਂ ਦਾ ਭੰਡਾਰ ਵੀ ਪੂਰਨ ਹੈ ਗੁਰੂ ਦਾ, ਜਿਸ ਵਿੱਚ ਉੱਤਮ ਰਤਨ ਜਵਾਹਰ ਆਦਿਕ ਅਪਾਰ ਗੁਣ ਨੇ, ਜਿਸ ਵਿੱਚ ਗੁਰੂ ਦੀ ਕਿਰਪਾ ਇਹਨਾਂ ਰਤਨਾਂ ਦੇ ਦੇਣਹਾਰੇ ਬਣਦੇ ਨੇ। ਅਕਾਲ ਪੁਰਖ ਜੋ ਬਖਸ਼ਣਹਾਰਾ, ਸੋ ਤਿੰਨਾਂ ਨੂੰ ਬਖਸ਼ ਲੈਂਦਾ ਹੈ। ਆਸਾ ਮਹਲਾ ਤੀਜਾ, ਗੁਰ ਸਾਹਿਬ ਸਤਿਗੁਰ ਸਚ ਸੋਏ। ਪੂਰੈ ਭਾਗ ਗੁਰ ਸੇਵਾ ਹੋਏ, ਸੋ ਬੂਝੈ ਜਿਸ ਆਪ ਬੁਝਾਏ। ਗੁਰ ਪ੍ਰਸਾਦੀ ਸੇਵਕ ਰਾਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ, ਪਿਆਰਿਓ, ਗੁਰ ਸਾਹਿਬ ਸਤਿਗੁਰ ਸਚ ਸੋਏ। ਸੱਚ ਰੂਪ ਜੋ ਸਤਿਗੁਰੂ ਗੁਰਦੇਵ ਨੇ, ਸੋਈ ਗੁਰੂ ਵੱਡੇ ਸਮੁੰਦਰ ਨੇ।
ਜਿਸ ਦੇ ਪੂਰਨ ਭਾਗ ਪਦ ਬਲ ਪੁੰਨ ਹੁੰਦੇ ਨੇ। ਐਸੀ ਗੁਰੂ ਦੀ ਸੇਵਾ ਹੁੰਦੀ ਹੈ ਉਸ ਤੋਂ, ਕਿਉਂਕਿ ਪੁੰਨਾਂ ਤੋਂ ਬਿਨਾਂ, ਭਾਗਾਂ ਤੋਂ ਬਿਨਾਂ ਗੁਰੂ ਦੀ ਸੇਵਾ ਟਹਿਲ ਨਹੀਂ ਹੁੰਦੀ। ਗੁਰੂ ਦਾ ਮੇਲ ਵੀ ਇੰਜ ਨਹੀਂ ਹੁੰਦਾ। ਇਸ ਭੇਦ ਨੂੰ ਉਹ ਬੁੱਝਦਾ ਹੈ, ਜਾਣਦਾ ਹੈ, ਜਿਸ ਨੂੰ ਸਤਿਗੁਰੂ ਆਪ ਬੁਝਾਉਂਦੇ ਨੇ, ਸਮਝਾਉਂਦੇ ਨੇ। ਉਹ ਗੁਰੂ ਦੀ ਕਿਰਪਾ ਕਰਕੇ ਆਪਣੀ ਸੇਵਾ ਵਿੱਚ ਆਪ ਲਾਉਂਦੇ ਨੇ। ਸੋ ਬੂਝੈ ਜਿਸੇ ਆਪ ਬੁਝਾਏ, ਗੁਰ ਪ੍ਰਸਾਦੀ ਸੇਵ ਕਰਾਏ। ਆਪ ਜਿਨ੍ਹਾਂ ਨੂੰ ਤਾਰਨਾ, ਬਖਸ਼ਿਸ਼ਾਂ ਕਰਨੀਆਂ ਸੇਵਾ ਵਿੱਚ ਲਾਉਂਦੇ ਨੇ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ। ਸਭਨਾ ਕਾ ਮਾਪਿਓ ਆਪ ਹੈ, ਆਪੇ ਸਾਰ ਕਰੇ। ਗਿਆਨ ਰਤਨ ਸਭ ਸੋਜੀ ਹੋਏ, ਗੁਰ ਪ੍ਰਸਾਦ ਅਗਿਆਨ ਬਨਾਸੈ। ਅਨ ਦਿਨ ਜਾਗੈ ਵੇਖੈ ਸਚ ਸੋਏ। ਹੀ ਭਾਈ, ਗਿਆਨ ਰਤਨ ਜਿਸ ਦੇ ਪਾਸ ਹੈ, ਜਿਸ ਨੂੰ ਸਭ ਸਮਝ ਹੋ ਜਾਂਦੀ ਹੈ, ਔਰ ਗੁਰੂ ਦੀ ਕਿਰਪਾ ਤੇ ਉਸ ਦਾ ਅਗਿਆਨ ਨਸ਼ਟ ਹੋ ਜਾਂਦਾ ਹੈ, ਰਾਤ ਦਿਨ ਜਾਗਦਾ ਹੈ, ਸੱਚ ਪਰਮਾਤਮਾ ਨੂੰ ਸਰਬੱਤਰ ਦੇਖਦਾ ਕਿ ਮੇਰਾ ਮਾਲਕ ਸਰਬੱਤਰ ਰਮਣ ਕਰਦਾ ਹੈ, ਘਟ ਘਟ ਵਿੱਚ ਬੈਠਾ ਹੈ। ਮੋਹ ਗੁਮਾਨ ਗੁਰ ਸ਼ਬਦ ਜਲਾਏ, ਪੂਰੇ ਗੁਰ ਤੇ ਸੋਜੀ ਪਾਏ। ਅੰਤਰ ਮਹਿਲ ਗੁਰ ਸ਼ਬਦ ਪਛਾਣੈ, ਆਵਣ ਜਾਣ ਰਹੈ ਤੇਰੇ ਨਾਮ ਸਮਾਣੇ। ਜੋ ਗੁਰੂ ਉਪਦੇਸ਼ ਕਰਕੇ ਜੀਵ ਮੋਹ ਹੰਕਾਰ ਨੂੰ ਜਲਾ ਦੇਵੇ, ਮੋਹ ਦੀ ਤੰਦ ਵਿੱਚ ਨਾ ਬੱਝੇ, ਤਾਂ ਪੂਰੇ ਗੁਰੂ ਤੋਂ ਗਿਆਨ ਪਾ ਲੈਂਦਾ ਹੈ। ਗੁਰੂ ਉਪਦੇਸ਼ ਕਰਕੇ ਹਿਰਦੇ ਵਿੱਚ ਸਰੂਪ ਨੂੰ ਪਹਿਚਾਣਦਾ ਹੈ, ਤੇ ਰੂਪਨਾਮੀ ਵਿੱਚ ਸਮਾਵਣੇ ਤੇ ਵੀ ਉਸ ਤੇ ਬਖਸ਼ਿਸ਼ ਹੋ ਜਾਂਦੀ ਹੈ, ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦਾ ਹੈ। ਜਮਣ ਮਰਨਾ ਹੈ ਸੰਸਾਰ, ਮਨ ਮੁਖ ਅਚੇਤ ਮਾਇਆ ਮੋਹ ਗੁਬਾਰ। ਪਰ ਨਿੰਦਾ ਬਹੁ ਕੂੜ ਕਮਾਵੈ, ਵਿਸ਼ਟਾ ਕਾ ਕੀੜਾ ਵਿਸ਼ਟਾ ਮਹੇ ਸਮਾਵੈ। ਸੰਸਾਰ ਤਾਂ ਜਨਮ ਤੇ ਮਰਨ ਦਾ ਨਾਮ ਹੈ। ਜੰਮਣ ਮਰਨਾ ਹੈ ਸੰਸਾਰ, ਇਸ ਜਗਤ ਦਾ ਨਾਮ ਹੀ ਜੰਮਣਾ ਤੇ ਮਰਨਾ ਹੈ। ਦ੍ਰਿਸ਼ਟ ਮਾਨਕ ਹੈ ਸਗਲ ਮਥੇਨਾ, ਜੋ ਦੇਖਦੇ ਉਦਾਸ ਹੋ ਜਾਵੇਗਾ, ਥਿਰ ਨਹੀਂ ਰਹਿਣਾ। ਇਸ ਵਿੱਚ ਮੂਰਖ ਮਨ ਮੁਖ ਨੂੰ ਮਾਇਆ ਮੋਹ ਰੂਪ ਸਗਨ ਅੰਧੇਰਾ ਹੀ ਰਹਿੰਦਾ ਹੈ। ਭਾਵ ਗੂੜੀ ਨੀਂਦ ਵਿੱਚ ਸੁੱਤਾ ਹੈ, ਅੰਧਕਾਰ ਦੀ ਅੰਧੇਰੀ ਵਿੱਚ ਹੀ ਵਿਚਰਦਾ ਹੈ, ਪਰਾਈ ਨਿੰਦਿਆ ਕਰਦਾ ਹੈ, ਬਹੁਤ ਝੂਠੇ ਕਰਮ ਕਮਾਉਂਦਾ ਹੈ। ਨਰਕ ਦਾ ਕੀੜਾ ਹੋ ਕੇ ਨਰਕ ਵਿੱਚ ਹੀ ਸਮਾਵੇਗਾ ਜਾਵੇਗਾ। ਸਤ ਸੰਗਤ ਮਿਲ ਸਭ ਸੋਜੀ ਪਾਏ, ਗੁਰ ਕਾ ਸ਼ਬਦ ਹਰ ਭਗਤ ਦਰੜਾਏ। ਭਾਣਾ ਮੰਨੇ ਸਦਾ ਸੁਖ ਹੋਏ, ਨਾਨਕ ਸੱਚ ਸਮਾਵੈ ਸੋਏ। ਸਤਿਗੁਰੂ ਫਰਮਾਉਂਦੇ ਨੇ, ਸਤ ਸੰਗਤ ਮਿਲ ਸਭ ਸੋਝੀ ਪਾਏ। ਜੋ ਸਤ ਸੰਗਤ ਵਿੱਚ ਮਿਲਦਾ, ਸਤ ਦਾ ਸੰਗ ਕਰਦਾ, ਭਾਵ ਗੁਰੂ ਨਾਨਕ ਦੇ ਚਰਨ ਪਰਸਦਾ, ਗੁਰੂ ਨਾਨਕ ਦੇ ਘਰੇ ਆਉਂਦਾ ਹੈ, ਸੋ ਸੱਚ ਝੂਠ ਸਭ ਦੀ ਸੋਝੀ ਪਾ ਲੈਂਦਾ ਹੈ। ਨੂੰ ਸੁਤੇ ਇਹ ਬੁੱਧੀ, ਇਹ ਗਿਆਨ ਮਿਲ ਜਾਂਦਾ ਹੈ। ਉਹ ਗੁਰੂ ਦਾ ਉਪਦੇਸ਼ ਹੀ ਵਾਹਿਗੁਰੂ ਦੀ ਭਗਤੀ ਦਰੜਾਉਂਦਾ ਹੈ। ਜੋ ਆਗਿਆ ਮੰਨਦਾ ਹੈ, ਉਸ ਨੂੰ ਸਰਬ ਦਾ ਕਾਲ ਸੁੱਖ ਮਿਲਦੇ ਨੇ। ਸੋਈ ਸੱਚ ਸਰੂਪ ਪਰਮੇਸ਼ਰ ਵਿੱਚ ਇੱਕ ਹੋ ਜਾਂਦਾ ਹੈ। ਆਸਾ ਮਹਲਾ ਤੀਜਾ ਪੰਜ ਪਦੇ, ਸ਼ਬਦ ਮਰੈ ਤਿਸ ਸਦਾ ਆਨੰਦ।
सतगुर भेटे गुर गोबिंद, ना फिर मरै ना आवे जाए। पूरे गुर ते साच समाए। जो शब्द तो मरिया, जिसनों नित आनंद रहिंदा, गुर शब्दी गुरमतिया हो। अपना आप मुर्शद गुरु नूं भेटा कर दिता, क्योंकि तिसनूं सतगुरु द्वारा बड़े गोबिंद जी परमेश्वर मिलिया। फिर वो मर के जाता नहीं, जन्म करके वो आउंदा नहीं। पूਰਨ गुरु की किरपा ऐसी सच विच अभेद हो जाता है। जैन को नाम लिखिया धुर लेख, ते अन दिन नाम सदा ते आवे। गुर पूरे ते भगत वसेख। जिन्हां दे मस्तक विच आद तो मेरे विधाता मेरे परमेश्वर वाहे गुरु ने लेख लिखिया है नाम की प्राप्ति का। क्योंकि आपां लेखां विच विचरदे हां। जिस दाते परवतगार ने मर्यादा बंधी है, ये सुंदर जन्म दिता ते लेख लेखे ही भेजिया है कि मनुखे कर्म करेगा, जगत विच विचरेगा। वो लेख अपने ते मस्तक ते लिखे गए ने, आद तो लिखे ने। सतगुरु फरमाउंदे ने, जिन को नाम लिखिया धुर लेख, जिन्हां दे मस्तक विच आद तो लेख लिखिया। क्योंकि लेखां दे अनुसार आपां विचरदे हां। ते अन दिन नाम सदा ते आवहि, गुर पूरे ते भगत वसे। वो दिन रात पूरन गुरु तो प्रेमा भगती धारण करे। रात दिन नाम जपदे ने, क्योंकि विधाता ने लिखिया है ये संगत विच आवेगा, ये बख्शीशां गुरु नानक दे घर तो लवेगा तद जावेगा। वो लिखिया कहो नानक तिस भयो प्राप्त, जिस पुरब लिखे का लहना वो प्राप्त होना है। क्योंकि लेख विधाता ने लिखे ने, उन्हां लेखां दे जरिए ये मनुख भावें बड़ा पापी है, दुराचारी है, पर वो जो विधाता दा लेख लिखिया होया, वो समा आया, वो कर्म अगे आ गया। फिर सुते मनुख इस सुंदर जन्म का मोड़ा ला दिंदा है। ऐसा मोड़ा पापी तो पुन्नी बन गया। फिर विचारदा सोचदा भी किंज हो गया, मैं तो पापी सी, दुराचारी सी, अज परमेश्वर की शरण विच आ गया। उही मन अमोड़ अज नाम जपण लग गया। क्योंकि विधाता का लिखिया लेख अजाई नहीं जाता। परा पूर्व वाला कर्म बन आया, वो कर्म अगे आ गया। जो कर्मां का लेखा जोखा वो तो अवश्य भुगतना है मनुख ने, पर वो कर्म अगे आ गया जो विधाता ने लिखिया सी कि इस समय तो गुरु नानक दे घर जावेगा, ये बख्शीशां तैनूं उत्थों मिलणियां ने, तेरे पाप भी खंडन हो जाने ने। अनेकां तरे ने सतगुरां ने तारे ने, पर वो लेख जो लिखिया है विधाता दा वो वश हुंदा है। जो सतगुरु पातशाह फरमाउंदे ने, जैन को हर प्रभ लय मिलाए, तिन की गहन गत कही ना जाए। पूरे सतगुर दिती वड़ाई, ऊतम पदवी हर नाम समाई। पातशाह फरमाउंदे ने, जिन्हां नूं परिपूर्ण परमात्मा ने अभेद कर लिया
तिन्हां दी धारना की प्राप्ति बड़ी कठिन है, किसी से कही नहीं जाती। ये वडियाई पूरे सतगुरु की दिती हुई है, जो परमेश्वर के नाम नूं जप के उत्तम पदवी पा लई, उत्तम पदवी पा लई। जिन्हां ने नाम जपिया वो उत्तम पदवी ते पहुँच गए, क्योंकि परमेश्वर का नाम ही ऐसा। भगत वाल्मीक जी रामासी आउणा लुट लैना मार देना, पर जदों रब दे जन मिले, रते हुए नाम दे विच महात्मा मिले, गौतम ऋषि जी, विश्वामित्र आदिक ऋषि, फिर संग होया रब दे जनां दा, फिर बख्शिश हो गई नाम दी। जपिया नाम नूं, नाम दे जपिया फिर कैसियां बख्शीशां, फिर वो नाम का रूप हो जाता है जो नाम नूं जपदा है, उसका समावना नामी विच। क्योंकि नाम कैसा है परमेश्वर का, लकड़ां दे बड़े ढेर होवण, एक अगियारी अग्नि दी ला दी, वो राख हो जाती। एक परमेश्वर का नाम जपिया बड़ा पापी, वो पाप खंडन हो जाते हैं, क्योंकि वो मालिक बड़ा दयालु कृपालु है। उस दाते परवतगार का नाम ही ऐसा। भगत वाल्मीक जी पूरन संत बन गए, एक नाम नूं जप के बंदगी करके। जो किश करै सो आपे आप, एक घड़ी मैं थाप उथाप, कह कह कहना आख सुनाए, जे सौ काले थाए ना पाए। सो मिलावने वाला मेरा वाहिगुरु कैसा समर्थ है, कहन कथन तो बाद आख। जो कुछ करता सो आप से ही आप करता है, कोई दूजा नहीं। चाहे तो एक घड़ी विच संसार नूं स्थापन कर दे, चाहे परले कर दे, उठा दे, वैसा मालिक है। एक घड़ी मैं थाप यो थाप, ऐसा मेरा परवतगार एक घड़ी स्थापन भी कर दिंदा है, उठा भी दिंदा है। जो मनमुख ने सो व्यास आदिक ऋषियां का कहना सुन के आप लोगों नूं कह कह के अखियान कथा प्रसंग सुणाउंदे ने। तो इस प्रकार जेकर सैकड़े कहने की मेहनत कर, सैकड़ों, तू परमेश्वर उसनूं किसी गिणती विच नहीं पाउंदा। कह कह कहना आख सुनाए, जे सौ घाले थाई ना पाए। वो परमात्मा है, परमेश्वर उसनूं किसी गिणती विच नहीं पाउंदा, क्योंकि वो मालिक करनहार आप है, कोई दूजा नहीं। जिन कै पोतै पुन तिना गुरु मिलाए, सच बाणी गुर शब्द सुनाए। जहाँ शब्द वसै तहाँ दुख जाए, ज्ञान रतन साचै सहज समाए। जिन्हां गुरमुखां दे खजाने विच पूर्व जन्म सिंचित तीर्थ रटन आदਿਕ बड़े पुन ने, जिन्हां ने पिछला कोई जप तप कीता है, पुन्नी ने, तिन्हां नूं परमेश्वर गुरु से मिलाउंदा है, आप मिलाउंदा है परमेश्वर। कि कुछ देना है, ये पुन्नी है, भागां वाला है। जिन कै पोतै पुन तिना गुरु मिलाए, कौन मिलाउंदा? परमेश्वर आप गुरु नाल मिलाउंदा। हर किरपा ते संत भेटिया, नानक मन परगास। क्यों किरपा उस दाते प्रभु दी ही हुंदी है। सच बाणी गुरु शब्द सुनाए। फिर गुरु की बख्शिश करते ने,
ਗੁਰੂ ਸੱਚੇ ਪਰਮੇਸ਼ਰ ਦਾ ਉਪਦੇਸ਼ ਸੁਣਾਉਂਦੇ ਨੇ ਕਿ ਭਾਈ ਨਾਮ ਜਪ, ਬੰਦਗੀ ਵਿੱਚ ਜੋੜੋ, ਸਵਛ ਨਿਰਮਲ ਕਰਮ ਕਰ। ਜਿੱਥੇ ਵੀ ਜਿਸ ਹਿਰਦੇ ਵਿੱਚ ਗੁਰੂ ਸ਼ਬਦ ਵਸ ਜਾਂਦਾ ਹੈ, ਗੁਰੂ ਦਾ ਬਚਨ, ਗੁਰੂ ਦਾ ਸ਼ਬਦ, ਉੱਥੋਂ ਦੁੱਖ ਚਲੇ ਜਾਂਦੇ ਨੇ। ਸਤਿਗੁਰੂ ਫਰਮਾਉਂਦੇ ਨੇ, ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਏ। ਫਿਰ ਗੁਰੂ ਦੇ ਸ਼ਬਦ ਜਦੋਂ ਹਿਰਦੇ ਘਰ ਵਿੱਚ ਵਸ ਗਏ, ਉਹ ਦੁੱਖਾਂ ਦਾ ਵੀ ਨਾਸ ਹੋ ਗਿਆ। ਗਿਆਨ ਰਤਨ ਕਰਕੇ ਸੁਭਾਵਕ ਉਹ ਜਗਿਆਸੂ, ਉਹ ਗੁਰਮੁਖ ਸੱਚੇ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ। ਨਾਵੈ ਜੇ ਵਡ ਹੋਰ ਧਨ ਨਾਹੀ ਕੋਇ, ਜਿਸਨੋ ਵਖਸੇ ਸਾਚਾ ਸੋਏ। ਪੂਰੇ ਸ਼ਬਦ ਮਨ ਵਸਾਏ, ਨਾਨਕ ਨਾਮ ਰਤੇ ਸੁਖ ਪਾਏ। ਨਾਮ ਜੈਸਾ ਵੱਡਾ ਕੋਈ ਪਦਾਰਥ ਹੀ ਨਹੀਂ ਹੈ। ਕੈਸਾ ਨਾਮ ਮੇਰੇ ਵਾਹਿਗੁਰੂ ਦਾ ਹੈ, ਜਿਸ ਨਾਮ ਦਾ ਕੋਈ ਮੁੱਲ ਨਹੀਂ, ਜਿਸ ਨਾਮ ਦੀ ਕੋਈ ਤੁਲਨਾ ਨਹੀਂ ਹੋ ਸਕੀ। ਅਮੋਲਕ ਨਾਮ ਮੇਰੇ ਵਾਹਿਗੁਰੂ। ਧਨ ਪਦਾਰਥ ਬੜੇ ਨੇ ਜਗਤ ਦੇ, ਪਰ ਨਾਮ ਦੇ ਤੁਲ ਕੋਈ ਵੀ ਨਹੀਂ। ਜਿਸ ਨੂੰ ਸੱਚਾ ਅਕਾਲ ਪੁਰਖ ਮੇਰਾ ਵਾਹਿਗੁਰੂ ਦਿੰਦਾ ਹੈ, ਸੋਈ ਪੂਰੇ ਗੁਰੂ ਦੇ ਸ਼ਬਦ ਕਰਕੇ ਮਨ ਵਿੱਚ ਵਸਾਉਂਦਾ ਹੈ। ਜਿਸ ਨੂੰ ਬਖਸ਼ੇ ਸਾਚਾ ਸੋਏ। ਪੂਰੇ ਸ਼ਬਦ ਮਨ ਵਸਾਏ, ਨਾਨਕ ਨਾਮ ਰਤੇ ਸੁਖ ਪਾਏ। ਸੋਈ ਨਾਮੀ ਦੇ ਵਿੱਚ ਰਤੇ ਹੋਏ ਸੁਖ ਤੇ ਆਨੰਦ ਨੂੰ ਪਾਉਂਦੇ ਨੇ। ਆਸਾ ਮਹਲਾ ਤੀਜਾ, ਨਿਰਤ ਕਰੇ ਬਹੁ ਬਾਜੇ ਵਜਾਏ। ਇਹੋ ਮਨ ਅੰਧਾ ਬੋਲਾ ਹੈ, ਕਿਸ ਆਖ ਸੁਣਾਏ। ਅੰਤਰ ਲੋਭ ਭਰਮ ਅਨਲਵਾਓ, ਦੀਵਾ ਬਲੈ ਨਾ ਸੋਝੀ ਪਾਏ। ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਉਪਦੇਸ਼ ਦਿੰਦੇ ਨੇ ਜੋ ਪਖੰਡ ਕਰਦੇ ਨੇ, ਦੰਭ ਤੇ ਪਖੰਡ। ਪਾਵਨ ਉਪਦੇਸ਼ ਦਿੰਦੇ ਨੇ, ਭਾਈ ਨਿਰਤ ਕਰੇ ਬਹੁ ਵਾਜੇ ਵਜਾਏ। ਇਹੋ ਮਨ ਅੰਧਾ ਬੋਲਾ ਹੈ, ਕਿਸੇ ਆਖ ਸੁਣਾਏ। ਬਹੁਤ ਵਾਜੇ ਵਜਾ ਕੇ ਨੱਚਦੇ ਨੇ। ਇਹ ਰਾਸਤਾ ਦੀ ਯਾਦ, ਤੂੰ ਮਨ ਤੋਂ ਅਗਿਆਨ ਕਰਕੇ ਅੰਧਾ ਹੈ। ਗੁਰੂ ਉਪਦੇਸ਼ ਸਰਵਣ ਰਹਿਤ ਬਹਿਰਾ ਹੋਇਆ ਹੈ। ਇਹ ਕਿਸ ਨੂੰ ਕਹਿ ਕੇ ਸੁਣਾਉਂਦਾ ਹੈ? ਅੰਤਿਸ਼ਕਣ ਵਿੱਚ ਲੋਕ ਪੰਜ ਪ੍ਰਕਾਰ ਦਾ ਭਰਮ, ਤ੍ਰਿਸ਼ਨਾ ਰੂਪ ਅਗਨੀ, ਵਾਸ਼ਨਾ ਰੂਪ ਪੌਣ ਹੈ ਕਿ ਵਿਵੇਕ ਰੂਪ ਜੀਵ ਕੋ ਬਲਦਾ ਹੀ ਨਹੀਂ। ਆਤਮ ਉਹ ਰੂਪ ਸੂਝ ਨਹੀਂ ਮਿਲਦੀ। ਗੁਰਮੁਖ ਭਗਤ ਘਟ ਚਾਨਣ ਹੋਏ, ਆਪ ਪਛਾਣ ਮਿਲੈ ਪ੍ਰਭ ਸੋਏ। ਆਵਾਓ ਗੁਰਮੁਖ ਭਗਤ ਘਟ ਚਾਨਣ ਹੋਏ। ਭਗਤੀ ਕਰਕੇ ਗੁਰਮੁਖਾਂ ਦੇ ਅੰਤਿਸ਼ਕਰਨ ਵਿੱਚ ਪ੍ਰਕਾਸ਼ ਹੋ ਜਾਂਦਾ ਹੈ, ਕਿਉਂਕਿ ਨਾਮ ਦੀ ਵਡਿਆਈ, ਨਾਮ ਦੀ ਸੋਭਾ ਹੈ ਤੇ ਨਾਮ ਉੱਥੇ ਪ੍ਰਕਾਸ਼ ਹੁੰਦਾ ਹੈ, ਕਿਉਂਕਿ ਗੁਰੂ ਵਾਲੇ ਬਣ ਕੇ ਜਪਿਆ ਹੈ ਨਾਮ ਨੂੰ। ਆਪ ਪਛਾਣ ਮਿਲੈ ਪ੍ਰਭ ਸੋਏ। ਆਪਣੇ ਸਰੂਪ ਨੂੰ ਜਾਣ ਕੇ ਗੁਰਮੁਖ ਰੱਬ ਦੇ ਜਨ ਪ੍ਰਭੂ ਨੂੰ ਮਿਲ ਜਾਂਦੇ ਨੇ। ਗੁਰਮੁਖ ਨਿਰਤ ਹਰਿ ਲਾਗੈ ਭਾਉ, ਪੂਰੇ ਤਾਲ ਵਿੱਚੋਂ ਆਪ ਗਵਾਏ। ਮੇਰਾ ਪ੍ਰਭ ਸਾਚਾ ਆਪੇ ਜਾਣ, ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ। ਗੁਰਮੁਖਾਂ ਦੀ ਨਿਰਤਕਾਰੀ ਕਿਹੜੀ ਹੈ? ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖਾਂ ਦੀ ਨਿਰਤਕਾਰੀ ਇਹ ਹੈ ਜੋ ਵਾਹਿਗੁਰੂ ਵਿੱਚ ਪ੍ਰੇਮ ਲੱਗ ਜਾਵੇ। ਇਹ ਨਿਰਤ ਹੈ, ਮਨ ਜੁੜ ਜਾਵੇ ਸੱਚੇ ਪਰਮੇਸ਼ਰ ਦੀ ਯਾਦ ਵਿੱਚ। ਤਾਲ ਇਹੀ ਪੂਜਦੇ ਨੇ
ਜੋ ਹਿਰਦੇ ਵਿੱਚੋਂ ਹੰਕਾਰ ਦੂਰ ਕਰ ਦਿੱਤਾ, ਗਵਾ ਦਿੱਤਾ। ਮੇਰਾ ਸੱਚਾ ਸੁਆਮੀ ਜਿਨ ਗੁਰਮੁਖਾਂ ਨੂੰ ਆਪਣਾ ਜਾਣ ਲੈਂਦਾ ਹੈ, ਉਹ ਗੁਰਮੁਖ ਸ਼ਬਦ ਕਰਕੇ ਅੰਤਿਸ਼ਕਰਣ ਵਿੱਚ ਬ੍ਰਹਮ ਨੂੰ ਪਹਿਚਾਣ ਲੈਂਦੇ ਨੇ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ। ਗੁਰਮੁਖ ਭਗਤ ਜੁਗਤ ਸਚ ਸੋਏ, ਪਾਖੰਡ ਭਗਤ ਨਿਰਤ ਦੁਖ ਹੋਏ। ਗੁਰਮੁਖ ਭਗਤੀ ਦੇ ਵਿੱਚ ਪ੍ਰੇਮ ਕਰਦੇ ਨੇ, ਇਸ ਕਰਕੇ ਪ੍ਰਭੂ ਤਿੰਨਾਂ ਨਾਲ ਪਿਆਰ ਕਰਦਾ ਹੈ। ਐਸਾ ਨਿਹਚਾ ਕਰਕੇ ਗੁਰਮੁਖ ਗੁਰੂ ਸ਼ਬਦ ਦਾ ਸੁਭਾਵਕ ਹੀ ਵਿਚਾਰ ਕਰਦੇ ਨੇ। ਗੁਰ ਕਾ ਸ਼ਬਦ ਸਹਿਜ ਵਿਚਾਰ, ਸੁਤੇ ਵਿਚਾਰੀ ਹੋ ਜਾਂਦੇ ਨੇ ਰੱਬ ਦੇ ਪਿਆਰੇ। ਜਿਨ੍ਹਾਂ ਅੰਦਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ, ਉਹ ਵਿਚਾਰੀ ਨੇ। ਕਿਉਂਕਿ ਹਿਰਦੇ ਘਰ ਵਿੱਚ ਪਰਮੇਸ਼ਰ ਦੀ ਬੰਦਗੀ ਨਾਮ ਹੈ, ਉਹ ਸੱਚੀ ਭਗਤ ਸੇ ਜੁਗਤ ਹੈ। ਸੋਈ ਗੁਰਮੁਖ ਨੇ ਜੋ ਸੱਚੀ ਭਗਤ ਸੇ ਜੁਗਤ, ਉਹ ਗੁਰਮੁਖ। ਜੋ ਪਖੰਡ ਭਗਤੀ ਸੇ ਨਿਰਤ ਕਰਦੇ ਨੇ, ਇਹਨਾਂ ਨੂੰ ਸਦੀਵੀ ਦੁੱਖ ਹੀ ਰਹਿੰਦਾ, ਸੁੱਖ ਨਹੀਂ ਮਿਲਦਾ। ਏਹਾ ਭਗਤ ਜਨ ਜੀਵਤ ਮਰੈ, ਗੁਰ ਪ੍ਰਸਾਦੀ ਭਵ ਜਲ ਤਰੈ। ਗੁਰ ਕੈ ਬਚਨ ਭਗਤ ਥਾਏ ਪਾਏ, ਹਰ ਜੀਉ ਆਪ ਵਸੈ ਮਨ ਆਏ। ਇਹੀ ਸੱਚੀ ਭਗਤੀ ਹੈ, ਜੋ ਦਾਸ ਜੀ ਭਾਵ ਤੋਂ ਮਰ ਜਾਵੇ, ਆਪਾ ਭਾਉ ਛੱਡ ਦੇਵੇ। ਸੋਈ ਗੁਰੂ ਕਿਰਪਾ ਤੇ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਗੁਰੂ ਦੇ ਬਚਨ ਕਰਕੇ ਭਗਤ ਥਾਂ ਪੈ ਜਾਂਦੀ ਹੈ, ਕਿਉਂਕਿ ਗੁਰ ਸ਼ਬਦੀ ਗੁਰਮਤੀਆ ਹੈ, ਗੁਰੂ ਦੇ ਬਚਨ ਮੰਨੇ ਨੇ। ਵਾਹਿਗੁਰੂ ਅੰਤਿਸ਼ਕਰਣ ਵਿੱਚ ਆਪ ਆ ਕੇ ਵਸਦਾ ਹੈ। ਹਰ ਜੀਉ ਆਪ ਵਸੈ ਮਨ ਆਏ, ਕਿਉਂਕਿ ਪਰਮੇਸ਼ਰ ਦਿਆਲ ਹੁੰਦਾ ਜੋ ਨਾਮ ਜਪਦਾ ਹੈ, ਤੇ ਬੰਦਗੀ ਵਿੱਚ ਜੁੜਦਾ ਹੈ। ਹਰ ਕਿਰਪਾ ਕਰੇ ਸਤਿਗੁਰੂ ਮਿਲਾਏ, ਨਿਹਚਲ ਭਗਤ ਹਰ ਸਿਉ ਚਿਤ ਲਾਏ। ਭਗਤ ਰਤੇ ਤਿਨ ਸੱਚੀ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਹਰ ਕਿਰਪਾ ਕਰੇ ਸਤਿਗੁਰੂ ਮਿਲਾਏ। ਜਬ ਮੇਰਾ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦਾ, ਤਬ ਸਤਿਗੁਰੂ ਨੂੰ ਮਿਲਾ ਦਿੰਦਾ ਹੈ। ਤਾਂ ਪੁਰਸ਼ ਅਚਲ ਵਾਹਿਗੁਰੂ ਦੀ ਭਗਤੀ ਵਿੱਚ ਚਿੱਤ ਲਾਉਂਦਾ। ਐਸੀ ਭਗਤੀ ਵਿੱਚ ਜੋ ਰਤੇ ਨੇ, ਤਿੰਨਾਂ ਦੀ ਸੱਚੀ ਸੋਭਾ ਵਡਿਆਈ ਹੁੰਦੀ ਹੈ। ਭਗਤ ਰਤੇ ਤਿਨ ਸੱਚੀ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਨਾਮੀ ਵਿੱਚ ਪ੍ਰੀਤੀ ਕਰਿਆ ਫਿਰ ਸੁਖ ਮਿਲਦਾ ਹੈ। ਆਸਾ ਮਹੱਲਾ ਤੀਜਾ, ਘਰ ਅੱਠਵਾਂ ਕਾਫੀ। ਇਕ ਓੰਕਾਰ ਸਤਿਗੁਰ ਪ੍ਰਸਾਦਿ, ਹਰਿ ਕੈ ਭਾਣੈ ਸਤਿਗੁਰ ਮਿਲੈ। ਸਚ ਸੋਝੀ ਹੋਈ, ਗੁਰ ਪ੍ਰਸਾਦੀ ਮਨ ਵਸੈ। ਹਰਿ ਬੂਝੈ ਸੋਈ। ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਪਾਵਨੀ ਉਪਦੇਸ਼ ਦਿੰਦੇ ਨੇ, ਜਬ ਪਰਮੇਸ਼ਰ ਦੀ ਆਗਿਆ ਬਖਸ਼ਿਸ਼ ਨਾਲ ਪੂਰਨ ਗੁਰੂ ਮਿਲਦਾ ਹੈ, ਤਬ ਸੱਚੇ ਸੁਆਮੀ ਦੀ ਸਮਾਨ ਬੂਝ ਹੋ ਜਾਂਦੀ ਹੈ। ਕਿਉਂ ਕਿਰਪਾ ਵਾਹਿਗੁਰੂ ਦੀ ਹੈ। ਹਰਿ ਕੈ ਭਾਣੈ, ਗੁਰੂ ਦੀ ਆਗਿਆ ਭਾਣਾ ਹੁਕਮ ਪਰਮੇਸ਼ਰ ਦਾ। ਹਰਿ ਕੈ ਭਾਣੈ ਸਤਿਗੁਰ ਮਿਲੈ, ਸਚ ਸੋਝੀ ਹੋਈ। ਸੱਚੇ ਪਰਮਾਤਮਾ ਦੀ ਸੋਝੀ ਮਿਲ ਜਾਂਦੀ ਹੈ, ਪਰੋਖ ਗਿਆਨ ਹੋ ਜਾਂਦਾ ਹੈ। ਗੁਰ ਪ੍ਰਸਾਦੀ ਮਨ ਵਸੈ, ਹਰਿ ਬੂਝੈ ਸੋਈ। ਗੁਰੂ ਦੀ ਕਿਰਪਾ ਫਿਰ ਬਖਸ਼ਿਸ਼ ਕੈਸੀ, ਤੇ ਮਨ ਵਿੱਚ ਗੁਰੂ ਸ਼ਬਦ ਵਸਦਾ ਹੈ। ਫਿਰ ਵਾਹਿਗੁਰੂ ਨੂੰ ਉਹ ਜਾਣ ਲੈਂਦਾ ਹੈ, ਬੁੱਝ ਲੈਂਦਾ ਹੈ ਕਿ ਮੇਰਾ ਮਾਲਕ ਪਰਵਰਦਗਾਰ ਮੇਰਾ ਸਤਿਗੁਰੂ ਐਸਾ ਹੈ। ਮੈਂ ਸੋ ਦਾਤਾ ਏਕ ਹੈ, ਅਵਰ ਨਾਹੀ ਕੋਈ। ਗੁਰ ਕਿਰਪਾ ਤੇ ਮਨ ਵਸੈ, ਤਾਂ ਸਦਾ ਸੁਖ ਹੋਈ।
मेरा पति एक ही दाता है, मैं सहो दाता एक है, अवर नाही कोई, कोई दूजा नहीं। जब वो स्वामी गुरु की कृपा ते मन विच वसदा है, तब सदा सुख ते आनंद ही हुंदा है। इस जुग में निरभौ हर नाम है, पाइए गुर विचार, बिन नावै जम कै वस है, मन मुख अंध गवार। गुरु अमरदास महाराज जी पावन उपदेश दिंदे ने प्यारिओ, ये युग कल युग का चलता है। सतयुग, रेता, दुआपर, कल युग। इस युग विच नाम की शोभा, नाम की वडियाई है। नाम दे जपे ते बिना पारी उतारा नहीं होना। पातशाह फरमाउंदे ने, निरभौ करन वाला एक परमेश्वर का नाम है। इस युग में निरभौ हर नाम है। इस कल युग के युग में परमेश्वर का नाम सिमरन करिया निरभौ हो जाता है। भाई है गुर विचार मिलता किवें? गुरु द्वारा, गुरु की बख्शिश रहमत नाल विचार करिया प्राप्त हुंदा है। बिन नावै जम कै वस है, मन मुख अंध गवार। जो मन नाम तो रहत नाम नहीं जपदा, परमेश्वर की बंदगी विच नहीं जुड़िया, सोई अंधा मूर्ख वो जमां दे वस पैंदा दुख पाउंदा है। खाद कै पाणै जन सेवा करै, बूझै सच सोई। खाद कै पाणै सालाहियै, पाणै मन्नै सुख होई। जो वाही गुरु का भाना मन के दास सेवा करता है, टहल कमाउंदा है गुरु नानक दे कर दे, वो सच स्वरूप नूं बुझ लैंदा है। वाहे गुरु के भाणे करके परमेश्वर की सलाहना करता, गुण गाउंदा है। वाहे गुरु का भाना मन्ने तब सुख मिलता है। खाद कै भाणै जन्म पदार्थ पाया, मत ऊतम होई। नानक नाम सलाहे तू, गुरमुख गत होई। परमेश्वर के भाणे विच मनुख जन्म पदार्थ मिलिया है। आपां नूं भाणा हुक्म आ गया, उत्तम बुद्धि मिलती है। हे भाई तू भी नाम की सलांघा कर, उस दाते परवरदिगार दे गुण गा। नाम नूं जप, जिस नाम करके गुरमुखां नूं मोख प्राप्त होई है, तैनूं भी होवेगी। आसा महला चौथा घर दूजा, एक ओंकार सतगुर प्रसाद। तू करता सचियार मैंडा साई, जो तो पावै सोई थीसी। जो तू दे सोई हो पाई। सोढी सुल्तान गुरुदेव श्री गुरु रामदास महाराज जी पावन परिपूਰਨ परमात्मा के सन्मुख बेनती बख्शते ने। तू करता सचियार महंडा साई। हे करतार मेरे वाहे गुरु, तू सच्चा है, मेरा मालिक मेरा साई है। जो तैनू पाउंदा है, तैनू चंगा लगदा है, सोई होवेगा। जो तू दिंदा है, जो तौ भावै सोई थीसी। जो तू देह सोई हो पाई। सोई वस्तु मैं पाउंदा है जो तू दिंदा है। सब तेरी तू सब नीत आया। जिस नो कृपा करही
ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਸਾਰੀ ਸੇਟੀ ਮੇਰੇ ਪਰਵਦਗਾਰ ਸਤਿਗੁਰੂ ਤੇਰੀ ਹੈ। ਸਭਨਾਂ ਨੇ ਤੂੰ ਤੇ ਆਇਆ ਹੈ, ਜਿਸ ਤੇ ਤੂੰ ਕਿਰਪਾ ਸੇਟੀ ਮਿਹਰ ਦੀ ਨਦਰ ਕਰਦਾ ਹੈ, ਤਿਸ ਨੇ ਤੇਰਾ ਰਤਨ ਰੂਪ ਨਾਮ ਪਾਇਆ ਹੈ। ਗੁਰਮੁਖਾਂ ਨੇ ਤੈਨੂੰ ਪ੍ਰਤੱਖ ਕੀਤਾ ਹੈ, ਮਨਮੁਖਾਂ ਨੇ ਤੈਨੂੰ ਗਵਾ ਲਿਆ। ਗੁਰਮੁਖਾਂ ਨੇ ਲੱਭਿਆ ਜਨਮ ਸਫਲ ਕੀਤਾ, ਮਨਮੁਖਾਂ ਨੇ ਜਨਮ ਗਵਾਇਆ। ਕਿ ਪ੍ਰਭੂ ਤੈਨੇ ਆਪ ਹੀ ਮਨਮੁਖ ਜੀਵਾਂ ਨੂੰ ਆਪਣੇ ਸੇ ਵਿਛੋੜਿਆ ਹੈ। ਤੁਧ ਆਪ ਵਿਛੋੜਿਆ ਆਪ ਮਿਲਾਇਆ। ਆਪ ਹੀ ਗੁਰਮੁਖਾਂ ਨੂੰ ਆਪਣੇ ਸਾਥ हे ਮੇਰੇ ਵਾਹਿਗੁਰੂ ਤੂੰ ਮਿਲਾਇਆ ਹੈ। ਤੂੰ ਦਰਿਆਓ ਸਭ ਤੁਝ ਹੀ ਮਾਹੇ। ਤੁਝ ਬਿਨ ਦੂਜਾ ਕੋਈ ਨਾਹੀਂ। ਜੀ ਜੰਤ ਸਭ ਤੇਰਾ ਖੇਲ। ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ। ਤੂੰ ਦਰਿਆਓ ਸਭ ਤੁਝ ਹੀ ਮਾਹੀ। ਤੂੰ ਦਰਿਆਓ ਰੂਪ ਹੈ। ਸਭ ਜੀਵ ਤੇਰੇ ਵਿੱਚ ਨੇ ਮੇਰੇ ਪਾਤਸ਼ਾਹ, ਤਰੰਗ ਰੂਪ ਨੇ ਸਾਰੇ। ਇਸ ਤੇ ਤੇਰੇ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ। ਜਲ ਤਰੰਗ ਰੂਪ ਤੂੰ ਆਪ ਹੈ। ਤੁਝ ਬਿਨ ਦੂਜਾ ਕੋਈ ਨਾ। ਛੋਟੇ ਵੱਡੇ ਜੀਵ ਸਭ ਤੇਰਾ ਇੱਕ ਖੇਲ ਹੈ। ਜੀ ਜੰਤ ਸਭ ਤੇਰਾ ਖੇਲ। ਇਹ ਤੇਰਾ ਖੇਲ ਰਚਿਆ ਹੈ। ਜਿਸ ਨੂੰ ਸੰਤਾਂ ਦਾ ਵਿਯੋਗ ਹੈ, ਸੋ ਤੇਰੇ ਮਿਲਣੇ ਤੇ ਵਿਛੜਿਆ ਹੈ। ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ। ਜੋ ਸੰਤਾਂ ਦੇ ਸੰਜੋਗੀ ਹੋ ਗਏ, ਤੇਰੇ ਜਨਾਂ ਦੇ ਸਤ ਸੰਗੀ ਬਣ ਗਏ, ਤਿਨਾਂ ਦਾ ਤੇਰੇ ਸਾਥ ਮਿਲਾਪ ਹੋ ਜਾਂਦਾ ਹੈ। ਜਿਸ ਨੂੰ ਤੂੰ ਜਾਣਾ ਹੈ, ਸੋਈ ਜਨ ਜਾਣੈ। ਹਰ ਗੁਣ ਸਦਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਸਹਿਜੇ ਹੀ ਹਰ ਨਾਮ ਸਮਾਇਆ। ਜਿਸ ਪੁਰਸ਼ ਨੂੰ ਤੂੰ ਆਪਣਾ ਸਰੂਪ ਜਣਾਉਂਦਾ ਹੈ, ਭਾਵੇਂ ਤੂੰ ਨਿਗਟ ਹੈ ਹਾਜ਼ਰਾ ਹਜੂਰ ਹੈ। ਜਿਸ ਨੂੰ ਤੂੰ ਜਾਣਾ ਹੈ, ਸੋਈ ਜਨ ਜਾਣੇ। ਉਹ ਜਾਣੇਗਾ, ਦੂਜਾ ਨਹੀਂ। ਕਿ ਮੇਰੇ ਵਾਹਿਗੁਰੂ ਸੋ ਤੇਰੇ ਗੁਣਾਂ ਨੂੰ ਸਦੀਵ ਗਾਉਂਦਾ ਹੈ। ਨੇ ਤੈਨੂੰ ਸੇਵਿਆ ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਤਿਨਾਂ ਨੇ ਸੁਖ ਪਾਇਆ। ਕਿ ਮੇਰੇ ਵਾਹਿਗੁਰੂ ਉਹ ਸੁਭਾਵਕ ਹੀ ਤੇਰੇ ਸੂਹ ਵਿੱਚ ਸਮਾ ਗਿਆ, ਇੱਕ ਹੋ ਗਿਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨਾ ਕੋਇ। ਤੂੰ ਕਰ ਕਰ ਵੇਖੈ ਜਾਣੈ ਸੋਇ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਕਿ ਮੇਰੇ ਵਾਹਿਗੁਰੂ ਗੁਰੂ ਨਾਨਕ ਤੂੰ ਆਪ ਹੀ ਸਰਬ ਦਾ ਕਰਤਾ ਹੈ। ਸਭ ਤੇਰਾ ਕੀਤਾ ਹੋਇਆ ਕੀ ਹੁੰਦਾ ਹੈ। ਤੇਰੇ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ। ਸੋਈ ਤੂੰ ਸੇਟੀ ਨੂੰ ਰਚ ਰਚ ਕੇ ਦੇਖਦਾ ਹੈ। ਸਭਨਾਂ ਦੇ ਕਰਤੱਵ ਤੂੰ ਜਾਣਦਾ ਹੈ। ਅੰਤਰ ਦਾ ਪ੍ਰੇਰਕ ਕਿ ਮੇਰੇ ਵਾਹਿਗੁਰੂ ਤੂੰ ਅੰਤਰਜਾਮੀ ਹੈ। ਗੁਰੂ ਦੁਆਰੇ ਦਾਸਾਂ ਨੂੰ ਸਾਖਿਅਤਕਾਰ ਹੁੰਦਾ ਹੈ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਗੁਰਮੁਖਾਂ ਨੂੰ ਆਪਣੀਆਂ ਜਨਾਂ ਨੂੰ ਤੂੰ ਪ੍ਰਗਟ ਹੋ ਜਾਂਦਾ ਹੈ ਔਰ ਆਪਣੇ ਨਾਲ ਮਿਲਾ ਲੈਂਦਾ ਹੈ ਇੱਕ ਰੂਪ। ਕਿਉਂਕਿ ਐਸਾ ਮਾਲਕ ਸਤਿਗੁਰੂ ਸਮਰੱਥ ਮੇਰਾ ਵਾਹਿਗੁਰੂ ਹੈ। ਐਸੇ ਮਾਲਕ ਪਰਵਦਗਾਰ ਸਤਿਗੁਰੂ ਦੀ ਛੰਡ ਲਈਏ। ਗੁਰ ਸ਼ਬਦੀ ਗੁਰਮਤੀਏ ਬਣੀਏ। ਨਾਮ ਨੂੰ ਜਪੀਏ, ਸੰਗ ਕਰੀਏ ਸਤਪੁਰਸ਼ਾਂ ਦਾ। ਆਪਣਾ ਅਮੋਲਕ ਜਨਮ ਸਫਲ ਹੋ ਜਾਵੇਗਾ।